गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी की एक अमोलक लिखत है परोपकारी ਅਤੇ ਕੀਰਤੀ। आओ उसका अगला भाग ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਰਉਪਕਾਰੀ ਦਾ ਜਨਮ ਦਿਨ ਸੀ ਅਤੇ ਸਾਰਾ ਸ਼ਹਿਰ ਉਸ ਨੂੰ ਸਤਿਕਾਰ ਦੇਣ ਲਈ ਖੜਾ ਸੀ। 8 ਘੋੜਿਆਂ ਵਾਲੀ ਬੱਗੀ ਵਿੱਚ ਉਸ ਦਾ ਜਲੂਸ ਨਿਕਲਿਆ ਹੋਇਆ ਸੀ। ਇੱਕ ਜਵਾਨ ਜੋੜੀ ਜੋ ਇਸ ਪ੍ਰਸਿੱਧ ਸ਼ਹਿਰ ਵਿੱਚ ਹਨੀਮੂਨ ਮਨਾਉਣ ਲਈ ਆਈ ਹੋਈ ਸੀ, ਇੱਕ ਛੱਜੇ ਤੇ ਖੜੀ ਲੋਕਾਂ ਦੀ ਖੁਸ਼ੀ ਅਤੇ ਜਲੂਸ ਦੇ ਜਲੌਅ ਨੂੰ ਵੇਖ ਰਹੀ ਸੀ। ਜਵਾਨ ਲੜਕੀ ਹੁਸਨ ਦੀ ਸ਼ਹਿਜ਼ਾਦੀ, ਕੁਦਰਤ ਦੀ ਕਾਰੀਗਰੀ ਦਾ ਸ਼ਾਹਕਾਰ ਉਸ ਦੇ ਨਾਲ ਖੜੀ ਸੀ। ਉਸ ਦਾ ਸੁਪਨਮਈ ਹੁਸਨ ਹਰੇਕ ਅੱਖ ਵਿੱਚ ਇੱਕ ਨਵਾਂ ਮਿਆਰ ਪੈਦਾ ਕਰ ਰਿਹਾ ਸੀ। ਜਿਨ੍ਹਾਂ ਵੀ ਉਸ ਨੂੰ ਵੇਖਿਆ ਉਹ ਆਪਣੇ ਪਿਛਲੇ ਸਾਰੇ ਤਜਰਬੇ ਭੁੱਲ ਗਏ, ਮੁੱਢ ਤੋਂ ਛਲਾਂਗਾ ਦਾ ਨਵਾਂ ਜੀਵਨ ਆਰੰਭ ਦਿੱਤਾ। ਉਸ ਦਾ ਚਿਹਰਾ ਲੋਕਾਂ ਨੂੰ ਇੱਕ ਨਵੀਂ ਤਸੱਲੀ ਅਤੇ ਲਗਭਗ ਇੱਕ ਨਵੀਂ ਜਵਾਨੀ ਬਖਸ਼ਦਾ ਸੀ। ਉਹ ਅਜਿਹਾ ਹੁਸਨ ਸੀ ਜਿਸ ਸਾਰਾ ਲਹੂ ਮਾਸ ਆਪਣੇ ਵਿੱਚ ਸਮੋ ਲਿਆ ਸੀ ਅਤੇ ਨਾਸਤਕਾਂ ਵਿੱਚ ਅਚਾਨਕ ਅਜਿਹੀਆਂ ਚੀਜ਼ ਦੀ ਹੋਣ ਦਾ ਵਿਸ਼ਵਾਸ ਜਗਾ ਦਿੱਤਾ ਸੀ। ਉਸ ਦੀ ਇੱਕ ਤਕਣੀ ਜੀਵਨ ਦੁੱਖਾਂ ਨੂੰ ਸਮੇਟ ਲੈਂਦੀ ਸੀ। ਉਹ ਰੰਗ ਰੂਪ ਦਾ ਸਵਰਗੀ ਝਲਕਾਰਾ ਸੀ। ਉਹ ਦੇਹ ਰਹਿਤ ਆਤਮਾ ਸੀ ਜੋ ਆਪਣੇ ਆਸ਼ਕ, ਜੋ ਲੋਕਾਂ ਵਿਚਾਲੇ ਸ਼ਹਿਜ਼ਾਦੇ ਵਾਂਗ ਸੀ, ਦਾ ਰਜਵਾਂ ਰੂਪ ਮਾਣ ਰਹੀ ਸੀ। ਉਹ ਇਸ ਸ਼ੱਕ ਵਿੱਚ ਇੱਕ ਦੂਜੇ ਨਾਲ ਇੰਜ ਲਿਪਟੇ ਹੋਏ ਸਨ ਕਿ ਉਹਨਾਂ ਦੇ ਵੱਖਰੇ ਸਰੀਰ ਅਣਜਾਣੇ ਹੀ ਇੱਕ ਦੂਜੇ ਤੋਂ ਕਿਤੇ ਵਿਛੜ ਨਾ ਜਾਣ। ਉਹ ਆਤਮਾ ਕਰਕੇ ਜੁੜੇ ਛੱਜੇ ਤੇ ਖਲੋਤੇ ਸਨ। ਲੋਕਾਂ ਦੀ ਇੱਕ ਭਾਰੀ ਭੀੜ ਆਈ। ਜਲੂਸ ਐਨ ਉਹਨਾਂ ਦੇ ਥੱਲੇ ਗਲੀ ਵਿੱਚ ਰੁਕ ਗਿਆ। ਲੋਕਾਂ ਨੇ ਹੇਠਾਂ ਉੱਤੇ ਆ ਝੁਰਮਟ ਪਾਇਆ। ਛੱਜਾ ਕੜਕ ਕਰਕੇ ਟੁੱਟਾ। ਪਰਉਪਕਾਰੀ ਦੀ ਗੱਡੀ ਦੇ ਘੋੜੇ ਤਰਬਕ ਗਏ ਅਤੇ ਹੇਠਾਂ ਡਿੱਗਾ ਅਜਨਬੀ ਉਹਨਾਂ ਦੀਆਂ ਸੁੰਮਾਂ ਥੱਲੇ ਕੁਚਲਿਆ ਗਿਆ ਅਤੇ ਜਵਾਨ ਕੁੜੀ ਜੋ ਡਿੱਗਦਿਆਂ ਹੀ ਲੋਕਾਂ ਨੇ ਝੋਪ ਲਈ ਸੀ, ਬਦਕਿਸਮਤੀ ਵਸ ਵਾਲ ਬਚ ਗਈ। ਉਹ ਪਾਗਲਾਂ ਵਾਂਗ ਕੁਰਲਾ ਰਹੀ ਸੀ ਕਿ ਉਸ ਨੂੰ ਉਹਨਾਂ ਮੌਤ ਦੇ ਘੋੜਿਆਂ ਦੇ ਸੁੰਮਾਂ ਅੱਗੇ ਸੁੱਟ ਦਿੱਤਾ ਜਾਵੇ, ਪਰ ਉਸ ਦੀ ਕਿਸੇ ਨਾ ਸੁਣੀ। ਜਲੂਸ ਦੋਹਾਂ ਪਾਸੇ ਬਿਖਰ ਗਿਆ। ਜਵਾਨ ਦੇ ਮ੍ਰਿਤਕ ਸਰੀਰ ਨੂੰ ਚੁੱਕ ਕੇ ਉਸ ਪਾਸ ਲਿਆਂਦਾ ਗਿਆ। ਉਹ ਮਰਨ ਲਈ ਤਰਲੇ ਲੈਂਦੀ ਉਸ ਦੇ ਸਰੀਰ ਤੇ ਜਾ ਡਿੱਗੀ, ਪਰ ਉਹ ਮਰ ਨਾ ਸਕੀ। ਉਸਨੇ ਨਹੁੰਆਂ ਨਾਲ ਆਪਣੀਆਂ ਛਾਤੀਆਂ ਜ਼ਖਮੀ ਕਰਕੇ ਝਰੀਟਾਂ ਪਾ ਦਿੱਤੀਆਂ, ਸਾਰੇ ਕੱਪੜੇ ਲੀਰੋ ਲੀਰ ਕਰ ਦਿੱਤੇ ਅਤੇ ਉਸ ਦਾ ਸੁਹਾਗ ਦਾ ਜੋੜਾ ਤਾਰ ਹੋ ਗਿਆ। ਉਸ ਦੀ ਕਮੀਜ਼ ਤੇ ਸਕਰਟ ਲਮਕ ਦੇ ਧਾਗਿਆਂ ਵਰਗੇ ਰਹਿ ਗਏ। ਉਸ ਦੇ ਘੁੰਡ ਦਾ ਕੱਪੜਾ ਉੱਡ ਚੁੱਕਾ ਸੀ। ਉਸ ਦੇ ਕੀਰਨੇ ਅਸਹਿ ਸਨ। ਉਸ ਦੀਆਂ ਲੰਮੀਆਂ ਜ਼ੁਲਫਾਂ ਜੋ ਉਸ ਦੇ ਪਤੀ ਨੇ ਦਿਨ ਵਿੱਚ 100 ਵਾਰੀ ਚੁੰਮੀਆਂ ਸਨ, ਖਿਲਰੀਆਂ ਹੋਈਆਂ, ਘਾਟੇ ਅਤੇ ਦੁੱਖ ਨਾਲ ਅਟੀਆਂ ਪਈਆਂ ਸਨ। ਰੋ ਰੋ ਉਸ ਦੀਆਂ ਅੱਖਾਂ ਸੁੱਜੀਆਂ ਪਈਆਂ ਸਨ। ਉਸ ਦਾ ਵਿਰਲਾਪ ਅੰਬਰ ਦੀ ਛਾਤੀ ਵਿੰਨ ਰਿਹਾ ਸੀ। ਸਾਰਾ ਜਲੂਸ ਉਸ ਦੁਆਲੇ ਰੋ ਰਿਹਾ ਸੀ ਅਤੇ ਉਸ ਦੇ ਦਰਦ ਵਿੱਚ ਸ਼ਾਮਲ ਹੋਇਆ ਵਿਰਲਾਪ ਕਰ ਰਿਹਾ ਸੀ। ਅਤੇ ਉਹ ਪਰਉਪਕਾਰੀ ਬੱਗੀ ਤੋਂ ਹੇਠ ਉਤਰਿਆ ਅਤੇ ਉਹ ਉਸ ਵਿਰਲਾਪ ਕਰਦੀ ਹੂਰ ਦੇ ਨਾਲ ਖਲੋਤਾ ਸੀ, ਪਰ ਬੇਬਸ ਸੀ। ਉਸ ਪਾਸੇ ਸ਼ਹਿਜ਼ਾਦੀ ਦੇ ਰਹਿੰਦਾ ਜੀਵਨ ਬਤੀਤ ਕਰਨ ਲਈ ਵੱਖਰੇ ਮਹਿਲ ਖੜੇ ਕਰ ਦੇਣ ਲਈ ਅਜੇ ਵੀ ਲੱਖਾਂ ਰੁਪਏ ਸਨ, ਪਰ ਉਸ ਬੇਜੋੜ ਅਤੇ ਮਹਾਨ ਦੁੱਖ ਦੇ ਸਾਹਮਣੇ ਉਸ ਨੂੰ ਆਪਣੇ ਲੱਖਾਂ ਤੇ ਸ਼ਰਮ ਆ ਰਹੀ ਸੀ। ਉਹ ਮੇਰੇ ਲੱਖ ਇਸ ਦਾ ਕੀ ਸਵਾਰ ਸਕਦੇ ਹਨ। ਸ਼ਰਮਿੰਦੇ ਹੋਏ ਉਹ ਸੋਚਿਆ ਕਿ ਮੈਂ ਉਸ ਦੀ ਪੀੜ ਨੂੰ ਸ਼ਾਂਤ ਕਰਨ ਤੋਂ ਪੂਰੀ ਤਰ੍ਹਾਂ ਸਮਰੱਥ ਹਾਂ। ਉਸ ਜਵਾਨ ਦਾ ਸੰਸਕਾਰ ਕਰ ਦਿੱਤਾ ਗਿਆ। ਉਸ ਦੇ ਫੁੱਲ ਅਤੇ ਰਾਖ ਉਸ ਤੋਂ ਦੂਰ ਲਿਜਾ ਕੇ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤੇ ਗਏ। ਹੁਣ ਤਾਂ ਉਹ ਹੋਰ ਵੀ ਇਕੱਲੀ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਅਮੁੱਕ ਖਜ਼ਾਨਾ ਵੀ ਮੁੱਕ ਚੁੱਕਾ ਸੀ, ਪਰ ਉਸ ਦੀਆਂ ਅੱਖਾਂ ਵਿੱਚ ਅਸਹਿ ਦਰਦ ਸੀ। ਸੋਨੇ ਦੇ ਰੂਪ ਵਿੱਚ ਉਸ ਨੂੰ ਹਰ ਪਾਸਿਓਂ ਹਮਦਰਦੀ ਮਿਲੀ ਅਤੇ ਉਸ ਲਈ ਮਹਿਲਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ, ਪਰ ਮਹਿਲ ਅਤੇ ਸਰੀਰਕ ਸੁੱਖ ਪਹੁੰਚਾਉਣ ਦੀ ਪੇਸ਼ਕਸ਼ ਤਲਵਾਰ ਦੇ ਘਾਤਕ ਵਾਰ ਵਰਗੀ ਸੀ। ਇਸ ਪ੍ਰਸਿੱਧ ਸ਼ਹਿਰ ਦੇ ਇੱਕ ਦਰਖਤ ਥੱਲੇ ਇੱਕ ਸਾਧੂ ਨੇ ਆ ਉਤਾਰਾ ਕੀਤਾ। ਉਹ ਕਹਿੰਦੇ ਹਨ ਕਿ ਉਹ ਪਵਿੱਤਰ ਸਾਧੂ ਤਿੱਬਤ ਤੋਂ ਆਇਆ ਸੀ, ਇੱਕ ਅਸਾਧਾਰਨ ਮਨੁੱਖ ਜਿਸ ਨੂੰ ਇੱਕ ਵਿਸ਼ੇਸ਼ ਯੋਗੀ ਅਤੇ ਬ੍ਰਹਮ ਗਿਆਨੀ
ਇੱਕ ਸਰਵਪੁੰਜ ਵਿਅਕਤੀ ਕਹਿੰਦੇ। ਉਹ ਇਸ ਪਰਿਪੂਰਨ ਦਾ ਰੂਪ ਨਿਰਬੰਧਵਾਂ ਤ੍ਰਿਗੁਣ ਅਤੀਤ ਵੈਰ ਭਾਵ ਦੇ ਅਸਰ ਤੋਂ ਪਰੇ ਸਰਵ ਸ਼ਕਤੀਮਾਨ ਨਾਲ ਜੁੜਿਆ ਕਿਹਾ ਜਾਂਦਾ ਸੀ। ਉਹ ਤਰਸਵੰਦਾਂ ਵਾਂਗ ਹੱਸਦਾ ਪਰ ਬੋਲਦਾ ਕਿਸੇ ਨਾਲ ਨਹੀਂ ਸੀ। ਉਹ ਇਸ ਵਿਧਵਾ ਸ਼ਹਿਜ਼ਾਦੀ ਨੂੰ ਉਸ ਪਾਸ ਲੈ ਗਏ। ਉਸ ਨੂੰ ਵੇਖ ਕੇ ਉਸ ਨਾਲ ਬੋਲਣ ਦੀ ਕਿਰਪਾਲਤਾ ਉਮੜ ਆਈ। ਕਹਿਣ ਲੱਗਾ, ਬੇਟੀ, ਇਹ ਸੰਸਾਰ ਨਾਸ਼ਵਾਨ ਹੈ। ਇਹ ਗੱਲ ਜਾਣ ਲੈ ਅਤੇ ਆਪਣਾ ਦੁੱਖ ਭੁੱਲ ਜਾ। ਵਿਧਵਾ ਸ਼ਹਿਜ਼ਾਦੀ, ਮੈਂ ਦੁੱਖ ਦਾ ਤਿਆਗ ਤਾਂ ਹੀ ਕਰ ਸਕਦੀ ਹਾਂ ਜੀ, ਜੇ ਮੈਨੂੰ ਮੇਰਾ ਦਿਲ ਜਾਨੀ ਮਿਲ ਜਾਵੇ। ਸਾਧੂ, ਇਹ ਤੇਰੀਆਂ ਇੰਦਰੀਆਂ ਦਾ ਭਰਮ ਹੈ, ਇਸ ਨੂੰ ਵੀ ਤਿਆਗ ਦੇ। ਸ਼ਹਿਜ਼ਾਦੀ, ਜੀ ਇਹ ਸੰਭਵ ਨਹੀਂ। ਮੈਂ ਆਪਣੇ ਪ੍ਰਾਣਾਂ ਦੇ ਪ੍ਰਾਣ ਨੂੰ ਕਿਵੇਂ ਤਿਆਗ ਸਕਦੀ ਹਾਂ। ਸਾਧੂ, ਪਰ ਇਹ ਸਾਰਾ ਦੁੱਖ ਕੇਵਲ ਮੋਹ ਅਤੇ ਅਹੰਕਾਰ ਹੀ ਹੈ। ਤੂੰ ਕੇਵਲ ਆਪਣੇ ਸੁੱਖ ਲਈ ਰੋ ਰਹੀ ਹੈ। ਇਹਨਾਂ ਸ਼ਬਦਾਂ ਤੇ ਇੱਕ ਬੜਾ ਦਰਦਨਾਕ ਨਜ਼ਾਰਾ ਸਾਹਮਣੇ ਆਇਆ। ਇਸ ਟਿੱਪਣੀ ਨੇ ਤਾਂ ਜਿਵੇਂ ਉਸ ਨੂੰ ਘਾਇਲ ਹੀ ਕਰ ਦਿੱਤਾ ਸੀ। ਉਸ ਪਹਿਲੇ ਦਿਨ ਵਾਂਗ ਹੀ ਆਪਣੇ ਕੱਪੜੇ ਲੀਰ ਕਰ ਦਿੱਤੇ। ਉਹ ਆਪਣੇ ਅੰਗਾਂ ਨੂੰ ਤੋੜਦੀ, ਜ਼ਖਮੀ ਕਰਦੀ ਅਤੇ ਕੁਰਲਾ ਕਹਿ ਰਹੀ ਸੀ, ਉਹ ਲੋਕੋ, ਰੱਬ ਦਾ ਵਾਸਤਾ ਜੇ ਮੈਨੂੰ ਇੱਕ ਕੁਹਾੜੀ ਲਿਆ ਦਿਓ ਅਤੇ ਮੇਰਾ ਬੰਦ ਕੱਢ ਦਿਓ। ਮੈਨੂੰ ਭੁੱਖਿਆਂ ਮਾਰ ਦਿਓ। ਮੈਨੂੰ ਸ਼ੇਰਾਂ ਅੱਗੇ ਸੁੱਟ ਦਿਓ। ਮੇਰਾ ਮਾਸ ਗਿਰਜਾਂ ਨੂੰ ਪਾ ਦਿਓ। ਹਾਏ, ਮੈਨੂੰ ਮਰ ਜਾਣ ਦਿਓ। ਸਾਧੂ ਉੱਠ ਕੇ ਉਸ ਪਾਸ ਖੜਾ ਹੋ ਗਿਆ, ਪਰ ਬੜਾ ਸ਼ਰਮਿੰਦਾ ਸੀ। ਉਸਨੇ ਦਿਲ ਵਿੱਚ ਸੋਚਿਆ, ਹੁਣ ਤੱਕ ਮੈਂ ਭੁਲੇਖੇ ਦੇ ਸਵਰਗ ਵਿੱਚ ਹੀ ਵਸਦਾ ਰਿਹਾ ਹਾਂ। ਇਹ ਸੋਚਦੇ ਕਿ ਮੈਂ ਸਿੱਧੀ ਪ੍ਰਾਪਤ ਕਰ ਲਈ ਹੈ। ਇਹ ਦੁੱਖ, ਮੇਰੀ ਮਿਰਤਕ ਸਮਤਾ ਹਰ ਹਾਲਤ ਵਿੱਚ ਇੱਕ ਸਮਾਨ ਰਹਿਣ ਨਾਲੋਂ ਕਿਤੇ ਮਹਾਨ ਅਤੇ ਮੁਤਬਰਕ ਹੈ। ਇੱਥੇ ਜੀਵਨ ਹੈ। ਮੈਂ ਮੌਤ ਮਗਰ ਭਟਕਦਾ ਰਿਹਾ ਹਾਂ। ਇੱਥੇ ਪਿਆਰ ਹੈ। ਮੈਂ ਆਪਣੇ ਕਠੋਰ ਅਭਿਆਸ ਕਾਰਨ ਜਿੰਦਹੀਣ ਹੋ ਚੁੱਕਾ ਹਾਂ। ਮੈਂ ਇੱਥੋਂ ਤੱਕ ਵੀ ਭਲਾ ਨਹੀਂ ਕਰ ਸਕਦਾ ਕਿ ਇਸ ਨੇਕ ਲੜਕੀ ਦੀ ਆਤਮਿਕ ਪੀੜ ਨੂੰ ਦੂਰ ਕਰ ਸਕਾਂ। ਮੇਰੀ ਫਿਲਾਸਫੀ ਨੂੰ ਧਿਕਾਰ ਹੈ। ਉਹ ਖੜਾ ਹੋਇਆ ਅਤੇ ਉਸ ਲੜਕੀ ਨੂੰ ਆਪਣੀਆਂ ਬਾਹਾਂ ਵਿੱਚ ਉਠਾ ਲਿਆ ਅਤੇ ਇੱਕ ਬਜ਼ੁਰਗ ਬਾਪ ਵਾਂਗ ਉਸ ਨਾਲ ਰੋਣ ਲੱਗ ਪਿਆ। ਇਹ ਮਨੁੱਖ ਵਾਲੀ ਦਸ਼ਾ ਸੀ। ਇਸ ਆਦਮੀ ਨੇ ਤਾਂ ਜਿਵੇਂ ਆਪਣੇ ਜਜ਼ਬਾਤ ਨੂੰ ਜੀਵਨ ਮ੍ਰਿਤਿਉ ਅਤੇ ਹਕੀਕਤ ਸੰਬੰਧੀ ਅਜੀਬ ਧਾਰਨਾਵਾਂ ਅਤੇ ਦਿਮਾਗੀ ਝਾਕਿਆਂ ਦੀਆਂ ਮਿਰਤਕ ਹੋਈਆਂ ਦਾਰਸ਼ਨਿਕ ਸੂਖਮਤਾਵਾਂ ਦੀਆਂ ਸਿੱਲਾਂ ਦੇ ਫਰਸ਼ ਥੱਲੇ ਦੇ ਕੇ ਕੁਚਲ ਦਿੱਤਾ ਹੋਵੇ। ਉਸ ਦੇ ਦੁੱਖ ਦੀ ਛੋਹ ਪਾ ਕੇ ਉਸ ਦੀਆਂ ਜੜ੍ਹਾਂ ਪੁੰਗਰ ਪਈਆਂ ਹੋਣ ਅਤੇ ਉਹਨਾਂ ਦਾਰਸ਼ਨਿਕ ਕਠੋਰਤਾ ਦਾ ਜਿੰਦਹੀਣ ਛਿਲਕਾ ਲਾ ਕੇ ਪਰੇ ਮਾਰਿਆ ਹੋਵੇ ਅਤੇ ਉਸ ਵਿੱਚੋਂ ਇੱਕ ਤਰ੍ਹਾਂ ਦਾ ਹੜ ਵਗ ਤੁਰਿਆ ਹੋਵੇ। ਉਸ ਨੂੰ ਰੋਂਦਿਆਂ ਵੇਖ ਸਾਰੇ ਰੋ ਪਏ। ਉਸ ਸਾਧੂ ਨੇ ਦਇਆ ਦੇ ਸਾਧੂਪਣੇ ਦੀ ਹਕੀਕਤ ਜਾਣ ਲਈ ਅਤੇ ਬਾਰਿਸ਼ ਅਤੇ ਹਵਾ ਦੇ ਤੂਫਾਨ ਤੇ ਨਵੇਂ ਪਉ ਫੁਟਾਲੇ ਵਾਂਗ ਨਵੇਂ ਸੱਚ ਨੂੰ ਮਹਿਸੂਸ ਕੀਤਾ। ਪਰ ਉਸ ਦੀ ਫਿਲਾਸਫੀ ਕਿਸੇ ਕੰਮ ਨਾ ਆ ਸਕੀ। ਇੱਕ ਆਦਮੀ ਜੋ ਆਪਣੇ ਧਾਰਮਿਕ ਅਤੇ ਮਨੋਵਿਗਿਆਨਕ ਗਿਆਨ ਕਰਕੇ ਪ੍ਰਸਿੱਧ ਸੀ, ਇਸ ਪ੍ਰਸਿੱਧ ਸ਼ਹਿਰ ਵਿੱਚ ਆਇਆ ਅਤੇ ਪਰਉਪਕਾਰੀ ਪਾਸੋਂ ਆਪਣੇ ਨਵੇਂ ਧਰਮ ਨੂੰ ਸਾਰੇ ਸੰਸਾਰ 'ਤੇ ਫੈਲਾਉਣ ਲਈ ਮਾਇਆ ਦੀ ਯਾਚਨਾ ਕੀਤੀ। ਉਹ ਪਰਉਪਕਾਰੀ ਤੋਂ ਅੱਗੇ 10 ਲੱਖ ਪਾਉਂਡ ਲੈ ਚੁੱਕਾ ਸੀ ਅਤੇ ਪਰਉਪਕਾਰੀ ਦੇ ਸ਼ਹਿਰ ਵਿੱਚ ਆਪਣਾ ਪਹਿਲਾ ਮੰਦਰ ਬਣਵਾ ਰਿਹਾ ਸੀ ਅਤੇ ਉਹ ਉਸ ਨੂੰ ਇਸ ਨਵੇਂ ਧਰਮ ਵਾਲੇ ਪਾਸੇ ਲੈ ਗਏ। ਉਸ ਦੀਆਂ ਅੱਖਾਂ ਦਰਦ ਰੰਝਾਣੀਆਂ ਸਨ, ਜਿਸ ਦਾ ਦਰਦ ਵੇਖ ਦਰਖਤ ਅਤੇ ਪਸ਼ੂ ਪੰਛੀ ਵੀ ਨੀਰ ਵਹਾ ਉੱਠਦੇ ਸਨ। ਪਰ ਉਸ ਧਾਰਮਿਕ ਪੁਰਸ਼ ਨੇ ਉਸ ਨੂੰ ਵੇਖਿਆ ਅਤੇ ਉਪਦੇਸ਼ ਦਿੱਤਾ, ਕੁਝ ਪੁਸਤਕਾਂ ਪੜ੍ਹਨ ਲਈ ਦਿੱਤੀਆਂ ਅਤੇ ਉਸ ਨੂੰ ਨਵੇਂ ਧਰਮ ਦੇ ਪ੍ਰਚਾਰ ਲਈ ਜੀਵਨ ਸਮਰਪਿਤ ਕਰਨ ਲਈ ਪ੍ਰੇਰਿਆ। ਮਨੁੱਖਤਾ ਨੂੰ ਮੁਕਤ ਕਰਨ ਲਈ ਨਵੇਂ ਧਰਮ ਦੇ ਫੈਲਾਉਣ ਦੇ ਚਾਅ ਵਿੱਚ ਮਸਤ ਇਸ ਨਵੇਂ ਦੇਵਤੇ ਨੇ ਇਹ ਅਨੁਭਵ ਨਾ ਕੀਤਾ ਕਿ ਇੱਕ ਨੇਕ ਰੂਹ ਇੱਕ ਮੰਦਰ ਦੀ ਦਹਲੀਜ਼ ਤੱਕ ਪੁੱਜੀ ਹੈ ਅਤੇ ਉੱਥੇ ਉਸ ਕੁਝ ਵੀ ਨਹੀਂ ਵੇਖਿਆ ਸਿਵਾਏ ਪੁਸਤਕਾਂ, ਉਪਦੇਸ਼ਾਂ, ਘੰਟੀਆਂ ਖੜਕਾਉਣ, ਦੀਵੇ ਲਈ ਆਰਤੀਆਂ ਅਤੇ ਪਰਮਾਤਮਾ ਦੀ ਪੂਜਾ ਕਰਨ ਦੇ ਅਤੇ ਇਸੇ ਤਰ੍ਹਾਂ ਹੋਰ ਵਿਅਰਥ ਕੰਮਾਂ ਦੇ। ਕਈ ਮਹੀਨੇ ਬੀਤ ਗਏ। ਉਹ ਅਜੇ ਵੀ ਬੇਸੁੱਧ, ਬਿਨਾਂ ਕੱਪੜਿਆਂ ਤੋਂ ਨੰਗੇ ਸਿਰ, ਨੰਗੇ ਪੈਰੀ, ਗੋਡਿਆਂ ਤੇ ਅਰਕਾਂ ਤੋਂ ਨੰਗੀ ਗਲੀਆਂ ਵਿੱਚ ਕੀਰਨੇ ਪਾਉਂਦੀ ਫਿਰਦੀ। ਉਹ ਦਿਲਬਰ,
ਤੂੰ ਮੈਨੂੰ ਆਪਣੇ ਨਾਲ ਕਿਉਂ ਨਹੀਂ ਲੈ ਗਿਆ? ਤੂੰ ਮੈਨੂੰ ਇੱਥੇ ਕਿਉਂ ਛੱਡ ਗਿਆ ਹੈ? ਇਹ ਮੌਤ ਕਿੰਨੀ ਜ਼ਾਲਮ ਹੈ ਜੋ ਮੈਨੂੰ ਨਹੀਂ ਆਉਂਦੀ। ਵਿਛੋੜ ਕੇ ਸੁੱਟ ਜਾਣ ਵਾਲਿਆ, ਤੂੰ ਵੀ ਤਾਂ ਜ਼ੁਲਮ ਹੀ ਕੀਤਾ ਹੈ। ਤੂੰ ਤਾਂ ਮੈਨੂੰ ਕਦੀ ਵੀ ਇੱਕ ਪਲ ਲਈ ਵੀ ਇਕੱਲਿਆ ਨਹੀਂ ਸੀ ਛੱਡਿਆ। ਤੂੰ ਮੇਰੇ ਸਰੀਰ ਤੇ ਯਕੀਨ ਨਹੀਂ ਸਹਿ ਕਰਦਾ ਕਿ ਕਿਤੇ ਫਿਸਲ ਨਾ ਜਾਵੇ, ਇਹ ਡਿੱਗ ਨਾ ਜਾਵੇ, ਇਹ ਢਹਿ ਨਾ ਪਵੇ, ਇਸ ਨੂੰ ਦਿਨ ਜਾਂ ਰਾਤ ਖਾ ਨਾ ਜਾਵੇ। ਪਰ ਮੈਂ ਅਜੇ ਵੀ ਜੀਉਂਦੇ ਹਾਂ ਅਤੇ ਤੂੰ ਜਾ ਚੁੱਕਾ ਹੈ। ਓ ਰੱਬਾ, ਓ ਰੱਬਾ, ਤੂੰ ਕਿੱਥੇ ਹੈ? ਤੈਨੂੰ ਤਰਸਮੰਦ ਕਹਿੰਦੇ ਹਨ। ਮੈਨੂੰ ਮੇਰੇ ਹੁਸਨ ਦੇ ਸ਼ਹਿਜ਼ਾਦੇ ਨਾਲ ਮਿਲਾ ਦੇ। ਅਤੇ ਜਦੋਂ ਉਹ ਕੀਰਨੇ ਪਾਉਂਦੀ ਲੰਘ ਰਹੀ ਸੀ, ਪਰਉਪਕਾਰੀ ਆਪਣੇ ਮਹਿਲ ਤੋਂ ਹੇਠਾਂ ਆਇਆ ਅਤੇ ਉਸ ਨੂੰ ਬਚਾਉਣ ਦੇ ਇੱਕ ਹੋਰ ਯਤਨ ਲਈ ਸੱਚੀ ਹਮਦਰਦੀ ਵਸ ਨੰਗੇ ਪੈਰੀਂ ਉਸ ਦੇ ਨਾਲ ਤੁਰਨ ਲੱਗ ਪਿਆ। ਸ਼ਹਿਜ਼ਾਦੀ, ਆਪ ਜੀ ਮੇਰੇ ਨਾਲ ਕਿਉਂ ਆ ਰਹੇ ਹੋ? ਪਰਉਪਕਾਰੀ, ਕੀ ਤੂੰ ਮੇਰੀ ਸੇਵਾ ਪ੍ਰਵਾਨ ਕਰ ਲਵੇਂਗੀ? ਸ਼ਹਿਜ਼ਾਦੀ, ਹਾਂ, ਮੇਰੀ ਮਰ ਕੇ ਹੁਸਨ ਦੇ ਸ਼ਹਿਜ਼ਾਦੇ ਨੂੰ ਜਾ ਮਿਲਣ ਵਿੱਚ ਮਦਦ ਕਰੋ। ਪਰਉਪਕਾਰੀ, ਮੈਂ ਤਾਂ ਤੇਰੇ ਜ਼ਿੰਦਾ ਰਹਿਣ ਵਿੱਚ ਮਦਦ ਕਰ ਸਕਦਾ ਹਾਂ। ਸ਼ਹਿਜ਼ਾਦੀ, ਹਾਂ, ਮੈਨੂੰ ਉਸ ਨਾਲ, ਮੇਰੇ ਹੁਸਨ ਦੇ ਸ਼ਹਿਜ਼ਾਦੇ ਨਾਲ ਮਿਲ ਕੇ ਜੀਵਨ ਦੀ ਮਦਦ ਕਰੋ। ਪਰਉਪਕਾਰੀ, ਮੈਂ ਆਪਣੇ ਲੱਖਾਂ ਰੁਪਏ ਚਰਨਾਂ ਤੇ ਰੱਖ ਸਕਦਾ ਹਾਂ, ਪਰ ਉਸ ਨਾਲ ਮੇਲ ਨਹੀਂ ਸਕਦਾ। ਮੁਰਦੇ ਜ਼ਿੰਦਾ ਨਹੀਂ ਹੋ ਸਕਦੇ। ਜਿਵੇਂ ਗਿਆ ਵਕਤ ਨਹੀਂ ਪਰਤਦਾ, ਬੁਝ ਚੁੱਕੀ ਸ਼ਮਾ ਨਹੀਂ ਜਗ ਸਕਦੀ। ਸ਼ਹਿਜ਼ਾਦੀ, ਪਰ ਕੀ ਤੁਹਾਡੇ ਲੱਖਾਂ ਵਿੱਚ ਮੇਰੇ ਪ੍ਰਾਣਾਂ ਦੇ ਆਧਾਰ, ਮੇਰੇ ਹੁਸਨ ਦੇ ਸ਼ਹਿਜ਼ਾਦੇ ਨੂੰ ਮੋੜ ਲਿਆਉਣ ਦੀ ਸ਼ਕਤੀ ਹੈ? ਪਰਉਪਕਾਰੀ, ਉਹ ਤਾਂ ਜੀਵਨ ਦੀਆਂ ਲੋੜਾਂ ਹੀ ਪੂਰ ਸਕਦੇ ਹਨ। ਉਹ ਸਰੀਰਕ ਸੁੱਖਾਂ, ਨਵੇਂ ਧਰਮਾਂ, ਸਨਾਤਨ ਫਿਲਾਸਫੀਆਂ, ਹੁਸਨ ਦੀ ਸਿਰਜਣਾ ਕਰਨ ਵਾਲੀ ਕਲਾ ਤੇ ਕਲਾਕਾਰਾਂ, ਸੰਗੀਤ ਅਤੇ ਸੰਗੀਤਕਾਰ ਜੋ ਸਾਰੀ ਲੋਕਾਈ ਦੇ ਦਿਲ ਨੂੰ ਖੁਸ਼ ਕਰਨ ਲਈ ਗਾ ਉੱਠਦੇ ਹਨ, ਦਾ ਹੜ ਲਿਆ ਸਕਦੇ ਹਨ, ਪਰ ਜੇ ਨਿਵਾਜ ਕੇ ਪ੍ਰਵਾਨ ਕਰ ਲਵੇ। ਸ਼ਹਿਜ਼ਾਦੀ, ਪਰ ਮੈਂ ਤਾਂ ਮੌਤ ਲੱਭਣੀ ਹਾਂ। ਜਿਉਂਦਿਆਂ ਮਨੁੱਖ ਨੂੰ ਲੋੜੀਂਦੀਆਂ ਵਸਤਾਂ ਮੇਰੇ ਕੀ ਅਰਥ? ਪਰਉਪਕਾਰੀ, ਮੈਂ ਚਾਹੁੰਦਾ ਹਾਂ ਕਿ ਮੇਰੇ ਮਰਨ ਪਿੱਛੋਂ ਤੂੰ ਮਨੁੱਖਤਾ ਦੇ ਭਲੇ ਲਈ ਕੰਮ ਕਰਦੀ ਰਹੇ, ਮੇਰਾ ਕੰਮ ਜਾਰੀ ਰੱਖੇ। ਇਹ ਬੜਾ ਨੇਕੀ ਦਾ ਕੰਮ ਹੈ। ਸ਼ਹਿਜ਼ਾਦੀ, ਮੈਂ ਆਪ ਬੱਧੀ ਹਾਂ, ਕਿਸੇ ਨੂੰ ਮੁਕਤ ਕਰਾਉਣ ਲਈ ਕਿਵੇਂ ਕੰਮ ਕਰ ਸਕਦੀ ਹਾਂ? ਮੈਨੂੰ ਇਕੱਲਿਆਂ ਛੱਡ ਦਿਓ। ਆਪ ਜੀ ਦੇ ਸੁਝਾਅ ਮੈਨੂੰ ਬਿਮਾਰ ਕਰਦੇ ਹਨ। ਮੇਰੇ ਦੁੱਖ ਵਿੱਚ ਜੋ ਖਲਾ ਪੈਦਾ ਕਰ ਰਹੇ ਹੋ, ਇਹ ਖੱਪਾ ਪੂਰਨ ਲਈ ਮੈਨੂੰ ਹੋਰ ਨਿੱਜੀ ਪੀੜਾ ਬਰਦਾਸ਼ਤ ਕਰਨੀ ਪੈਣੀ ਹੈ। ਮੈਨੂੰ ਛੱਡ ਦਿਓ। ਪਰਉਪਕਾਰੀ, ਤੇਰਾ ਦੁੱਖ ਵੀ ਅਜੀਬ ਹੈ, ਜੋ ਭਲਾਈ ਦੇ ਕੰਮ ਵਿੱਚ ਵੀ ਕੋਈ ਉਮੀਦ ਨਹੀਂ ਵੇਖਦਾ। ਦੂਜਿਆਂ ਦੀ ਭਲਾਈ ਲਈ ਜੀਵਨ ਸਮਰਪਣ ਜ਼ਿੰਦਗੀ ਦੀ ਅੰਤਮ ਮੰਜ਼ਿਲ ਹੈ। ਕਿਸੇ ਦੇਵਤੇ ਨੇ ਸਾਨੂੰ ਇਸ ਦੁੱਖ ਵਿੱਚ ਫਸਾਇਆ ਹੈ ਅਤੇ ਇਸ ਵਿੱਚੋਂ ਕੱਢਣ ਵਿੱਚ ਕਿਸੇ ਦੀ ਮਦਦ ਕਰਨਾ ਹੀ ਨੀਤੀ, ਸ਼ਾਸਤਰ, ਧਰਮ, ਫਿਲਾਸਫੀ ਅਤੇ ਮਨੁੱਖਤਾ ਦਾ ਸਰਵੋਤਮ ਕਾਰਜ ਹੈ। ਮੈਂ ਇਸ ਤੋਂ ਵੱਡਾ ਕੋਈ ਵੀ ਜੀਵਨ ਮਨੋਰਥ ਨਹੀਂ ਮੰਨਦਾ। ਸ਼ਹਿਜ਼ਾਦੀ, ਪਰਮਾਤਮਾ ਤੇਰੇ ਤੇ ਮਿਹਰ ਕਰੇ। ਜਾਓ ਅਤੇ ਵਿਧਵਾਵਾਂ ਜੋ ਦੁਖੀ ਅਤੇ ਪੀੜਤ ਹਨ ਦੀ ਪਾਲਣਾ ਕਰੋ, ਜੋ ਤੁਹਾਡੇ ਵੱਲੋਂ ਦਿੱਤੇ ਗਏ ਰੋਟੀ, ਕੱਪੜੇ ਤੇ ਜੀਵਨ ਜੀਵਣਾ ਲੋੜਦੀਆਂ ਹਨ। ਜੇ ਉਹ ਸੱਚਮੁੱਚ ਇਸਤਰੀਆਂ ਹੁੰਦੀਆਂ ਤਾਂ ਤੁਹਾਡੇ ਹੱਥੋਂ ਲੈ ਕੇ ਨਿਰਜਿੰਦ ਰੋਟੀ ਖਾਣ ਨਾਲੋਂ ਭੁੱਖਿਆਂ ਮਰ ਜਾਣਾ ਚੰਗਾ ਸਮਝਦੀਆਂ। ਤੁਹਾਡੇ ਨੈਤਿਕ ਆਚਾਰਾਂ, ਧਰਮਾਂ ਅਤੇ ਪੁੰਨਦਾਨਾਂ ਵੱਲੋਂ ਦਿੱਤੇ ਜੀਵਨ ਨਾਲੋਂ ਮਰ ਜਾਣਾ ਚੰਗਾ ਹੈ। ਤੁਹਾਡੇ ਬਚਨ ਮੇਰੇ ਸਰੀਰ ਨੂੰ ਖੁੰਡੀ ਛੁਰੀ ਵਾਂਗਣ ਕੱਟ ਰਹੇ ਹਨ। ਕਿਰਪਾ ਕਰਕੇ ਮੈਨੂੰ ਇਕੱਲਿਆ ਛੱਡ ਦਿਓ। ਉਸਨੇ ਸੋਚਿਆ ਕਿ ਇਹ ਤਾਂ ਪਾਗਲ ਹੈ ਅਤੇ ਉਹ ਚਲਾ ਗਿਆ। ਗਮ ਦੀ ਸ਼ਹਿਜ਼ਾਦੀ ਨੇ ਵੇਖਿਆ ਕਿ ਉਸਦਾ ਗਮ ਪਰਉਪਕਾਰੀ ਦੀਆਂ ਗੱਲਾਂ ਨਾਲ ਦਬ ਗਿਆ ਹੈ। ਉਹ ਇੱਕ ਦਰਖਤ ਥੱਲੇ ਬੈਠ ਕੇ ਆਪਣੇ ਆਪ ਨੂੰ ਕੋਸਣ ਲੱਗ ਪਈ ਕਿ ਉਹ ਉਸ ਨੂੰ ਕਿਉਂ ਮਿਲੀ ਅਤੇ ਉਸਦਾ ਮੁਤਬਰਕ ਗਮ ਮੁੜ ਨਹੀਂ ਪਰਤੇਗਾ। ਉਹ ਬਹੁਤ ਦੁਖੀ ਹੋਈ। ਉਹ ਦਰਖਤ ਥੱਲਿਓਂ ਜਿੰਦਹੀਣ ਹੋਈ, ਚੁੱਪ ਅਤੇ ਜੁੜੀ ਹੋਈ ਉੱਠੀ ਅਤੇ ਟੁਰ ਪਈ। ਉਸਨੂੰ ਪਤਾ ਨਹੀਂ ਸੀ ਉਹ ਕਿੱਥੇ ਸੀ। ਉਹ ਚਕਰਾਈ ਹੋਈ, ਸੁੰਨ ਅਤੇ ਦੇਹ ਦੀ ਹੋਸ਼ ਵਿੱਚ ਸੀ। ਉਸਨੂੰ ਆਪਣਾ ਆਪਾ ਬੜਾ ਭਾਰੀ ਮਹਿਸੂਸ ਹੋਇਆ, ਜਿਵੇਂ ਕਿ ਉਸਦੇ ਗੋਡੇ ਸਿੱਕੇ ਦੇ ਹੋ ਗਏ ਹੋਣ। ਉਹ ਸ਼ਹਿਰੋਂ ਬਾਹਰ ਗਈ ਅਤੇ 2 ਪੰਛੀਆਂ ਨੂੰ ਇੱਕ ਟਹਿਣੀ ਤੇ ਕਲੋਲ ਕਰਦਿਆਂ ਵੇਖਿਆ।
ਇੱਕ ਜਵਾਨ ਮੁੰਡਾ ਗੁਲੇਲ ਚਲਾ ਰਿਹਾ ਸੀ। ਉਸਨੇ ਯਕਾ-ਯਕ ਇੱਕ ਰੋੜਾ ਚਲਾਇਆ ਅਤੇ ਇੱਕ ਨੂੰ ਫੁੰਡ ਦਿੱਤਾ। ਉਹ ਧਰਤੀ ਤੇ ਆ ਡਿੱਗਾ ਅਤੇ ਸ਼ਹਿਜ਼ਾਦੀ ਦੀਆਂ ਬਾਹਾਂ ਆਕਾਸ਼ ਵੱਲ ਉੱਠੀਆਂ ਅਤੇ ਉਹ ਕੁਰਲਾ ਉੱਠੀ। ਓ ਮੌਤ, ਉਸਨੂੰ ਮੇਰੇ ਕੋਲੋਂ ਨਾ ਵਿਛੋੜ। ਠਹਿਰ ਠਹਿਰ, ਉਹ ਮੈਨੂੰ ਮੋੜ ਦੇ। ਅਤੇ ਇਸ ਵਿਰਲਾਪ ਨਾਲ ਸ਼ਹਿਜ਼ਾਦੀ ਦੇ ਮਨ ਵਿੱਚ ਗਮ ਨੇ ਮੁੜ ਆਵਾਸਾ ਲਿਆ ਅਤੇ ਉਹ ਜੀਵਨ ਪੱਥ ਤੇ ਉਸ ਲਈ ਕੀਰਨੇ ਪਾਉਂਦੀ ਫਿਰਦੀ ਰਹੀ। ਅਚਾਨਕ ਬਰਸਾਤ ਦੇ ਬਦਲਾਂ ਦੀ ਗਰਜ ਵਾਂਗ ਜਦੋਂ ਤੇਜ਼ ਹਵਾਵਾਂ ਚਲੀਆਂ, ਬਰਸਾਤ ਹੋਈ ਅਤੇ ਸ਼ਹਿਰ ਦੀਆਂ ਦੀਵਾਰਾਂ ਦੇ ਬਾਹਰ ਸ਼ਾਮ ਛੋਲੇ ਕਦਮੀ ਤੇਜ਼ੀ ਨਾਲ ਆਈ। ਪਿੱਛੋਂ ਆਵਾਜ਼ ਆਈ, ਬੇਟੀ, ਹੁਸਨ ਦਾ ਸ਼ਹਿਜ਼ਾਦਾ ਜ਼ਿੰਦਾ ਹੈ। ਸ਼ਹਿਜ਼ਾਦੀ, ਸੱਚ? ਉਸ ਕਿਹਾ ਅਤੇ ਆ ਕੇ ਡਿੱਗ ਪਈ ਅਤੇ ਬੇਹੋਸ਼ ਜਿਹੀ ਹੋ ਗਈ। ਅਤੇ ਪਰਉਪਕਾਰੀ ਦੇ ਸ਼ਹਿਰ ਦੇ ਸਾਧਾਰਨ ਮਜ਼ਦੂਰ ਕੀਰਤੀ ਨੇ ਉਸ ਦੇ ਸਿਰ ਦੇ ਵਿਚਾਲੇ ਉਸ ਦੇ ਵਾਲ ਸਮੇਟੇ ਅਤੇ ਉਸ ਤੇ ਹੁਸਨਾ ਦੇ ਸ਼ਾਹ ਦਾ ਨਾਮ ਫੂਕਿਆ। ਉਹ ਸੁੱਖ ਨਾਲ ਸੌਂ ਗਈ। ਉਸ ਦੇ ਗੋਡਿਆਂ ਤੇ ਇਸ ਤਰ੍ਹਾਂ ਸੁੱਤੀ ਸੀ ਜਿਵੇਂ ਈਸਾ ਦੇ ਗੋਡਿਆਂ ਤੇ ਜਾਨ। ਜਦੋਂ ਉਹ ਜਾਗੀ, ਉਸ ਕਿਹਾ, ਮੈਨੂੰ ਹੁਣ ਸੁੱਖ ਹੈ। ਕੀਰਤੀ, ਬੇਟੀ, ਕੀ ਉਸ ਦਾ ਨਾਮ ਤੇਰੇ ਮਨ ਮੰਦਰ ਵਿੱਚ ਗੂੰਜਦਾ ਹੈ? ਸ਼ਹਿਜ਼ਾਦੀ, ਹਾਂਜੀ, ਇਹ ਸੁੰਦਰ ਹੈ। ਨਾਮ ਅੰਮ੍ਰਿਤ ਹੈ। ਅਤੇ ਉਹ ਫਿਰ ਉਸ ਦੇ ਗੋਡਿਆਂ ਤੇ ਸੌਂ ਗਈ। ਉਸ ਵਿਸਮਾਦ ਵਿੱਚ ਫਿਰ ਅੱਖਾਂ ਖੋਲੀ। ਆਤਮਕ ਸੁੱਖ ਨਾਲ ਨਿਰਬਲ ਹੋਈ ਉਹ ਘਾਹ ਤੇ ਬੈਠ ਗਈ ਅਤੇ ਕੰਬਣ ਲੱਗੀ। ਇੱਥੇ ਕਈ ਤਰ੍ਹਾਂ ਦੀਆਂ ਕਾਲੀਆਂ ਸੂਰਤਾਂ ਕੀ ਹਨ? ਅਗਿਆਨਤਾ ਕਾਰਨ ਹੈਰਾਨ ਹੋਈ ਨੇ ਪੁੱਛਿਆ। ਕਿੱਥੇ? ਕੀਰਤੀ ਨੇ ਪੁੱਛਿਆ। ਉਸ ਸੱਜੇ ਪਾਸੇ ਵੇਖਿਆ ਤੇ ਆਪਣੇ ਹੱਥ ਨਾਲ ਅੱਖਾਂ ਢੱਕ ਲਈਆਂ। ਕੀਰਤੀ, ਉਹ ਗਮ ਦੇ ਰੂਪ ਹਨ। ਹਨੇਰੇ ਦੇ ਭੂਤ ਤੇਰੇ ਅੰਦਰੋਂ ਨਿਕਲੇ ਹਨ। ਸ਼ਹਿਜ਼ਾਦੀ, ਮੈਂ ਜਾਣਦੀ ਹਾਂ ਆਪਾ ਕਿੰਨਾ ਭਿਆਨਕ ਹੈ। ਬਿਨਾਂ ਕੁਝ ਕਹੇ ਉਹ ਸਿਰਫ ਵੇਖਿਆ। ਸ਼ਹਿਜ਼ਾਦੀ, ਉੱਥੇ ਕੀ ਹੈ? ਕੀਰਤੀ, ਤੈਨੂੰ ਕੀ ਦਿਸਦਾ ਹੈ? ਸ਼ਹਿਜ਼ਾਦੀ, ਇੱਕ ਲੰਬੀ ਰੋਬਦਾਰ ਨੂਰਾਨੀ ਸੂਰਤ, ਲੰਬੀਆਂ ਲਿੱਟਾਂ, ਲੰਬੀ ਸਫੈਦ ਦਾੜੀ। ਮੈਨੂੰ ਸਿਰਫ ਚਰਨ ਹੀ ਦਿਸਦੇ ਹਨ। ਮੈਨੂੰ ਕੇਵਲ ਚਿਹਰਾ ਨਜ਼ਰ ਆਉਂਦਾ ਹੈ। ਕਿੰਨਾ ਚਮਕਦਾਰ, ਕਿੰਨਾ ਸੁਖਦਾਇਕ, ਕਿੰਨਾ ਪਿਆਰਾ, ਕਿੰਨਾ ਤਸੱਲੀ ਵਾਲਾ। ਉਹ ਅਸੀਂ ਇਕੱਲੇ ਨਹੀਂ, ਉੱਥੇ ਦੈਵੀ ਲੋਕ ਹਨ। ਅਸੀਂ ਨਹੀਂ ਮਰਦੇ। ਕੀਰਤੀ, ਹਾਂ, ਤੂੰ ਬਚ ਗਈ ਬੇਟੀ। ਸ਼ਹਿਜ਼ਾਦੀ, ਮੈਨੂੰ ਸੁੱਖ ਮਹਿਸੂਸ ਹੁੰਦਾ ਹੈ, ਜਿਵੇਂ ਕਿ ਮੇਰੇ ਦਿਲ ਵਿੱਚੋਂ ਕਿਸੇ ਸੜਦਾ ਕੋਲਾ ਕੱਢ ਲਿਆ ਹੈ। ਅਤੇ ਗੈਬ ਵਿੱਚ ਕੀਰਤੀ ਨੇ ਉਹੀ ਬ੍ਰਹਿਮੰਡੀ ਕਾਰਜ ਵੇਖਿਆ ਜੋ ਉਸਨੇ ਦਰਗਾਹ ਵਿੱਚ ਆਪਣੇ ਪਤੀ ਲਈ ਕੁਰਲਾਂਦੀ ਵਿਧਵਾ ਦੀ ਰੂਹ ਨੂੰ ਸ਼ਾਂਤੀ ਦੇਣ ਲਈ ਅਰਦਾਸ ਕਰਦੇ ਹੋਏ ਸੁਪਨੇ ਵਿੱਚ ਵੇਖਿਆ ਸੀ। ਅਤੇ ਉਸ ਹੁਣ ਵੇਖਿਆ ਕਿ ਉਸਨੇ ਪਹਿਲੇ ਸੁਪਨੇ ਵਿੱਚ ਇਸ ਸ਼ਹਿਜ਼ਾਦੀ ਨੂੰ ਹੀ ਹੁਸਨ ਦੇ ਸ਼ਹਿਜ਼ਾਦੇ ਨਾਲੋਂ ਵਿਛੜੀ ਵੇਖਿਆ ਸੀ। ਇਹ ਉਹੀ ਸੀ ਜਿਸ ਨੂੰ ਸੁਪਨੇ ਵਿੱਚ ਉਸ ਅਰਦਾਸ ਕਰਕੇ ਸੁਖੀ ਕੀਤਾ ਸੀ ਅਤੇ ਦਰਗਾਹ ਵਿੱਚ ਜਿਸ ਦਾ ਪੁਨਰ ਮਿਲਾਪ ਵੇਖਿਆ ਸੀ। ਅਤੇ ਉਸਨੇ ਸਪਸ਼ਟ ਵੇਖਿਆ ਕਿ ਕਿਵੇਂ ਮਾਲਕ ਨੇ ਉਸ ਦੇ ਦੁੱਖਾਂ ਦੇ ਲੰਬੇ ਤੇ ਕਸ਼ਟ ਭਰੇ ਭਵਿੱਖ ਤੇ ਲਕੀਰ ਫੇਰ ਦਿੱਤੀ ਸੀ। ਜਦੋਂ ਉਸਨੇ ਉਸ ਦੇ ਕੇਸਾਂ ਨੂੰ ਛੋਇਆ, ਜੀਵਨ ਤੱਤ ਦਾ ਇੱਕ ਕਿਣਕਾ ਉਸ ਦੇ ਹਿਰਦੇ ਵਿੱਚੋਂ ਨਿਕਲ ਕੇ ਉਸ ਸ਼ਹਿਜ਼ਾਦੀ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਗਿਆ ਅਤੇ ਉਸ ਨੂੰ ਗਮਾਂ ਤੋਂ ਮੁਕਤੀ ਮਿਲ ਗਈ। ਧਿਆਨ ਦੇਣਾ ਜੀ, ਅਸਲੀ ਪਰਉਪਕਾਰ। ਜਦੋਂ ਉਸਨੇ ਉਸ ਦੇ ਕੇਸਾਂ ਨੂੰ ਛੋਇਆ, ਜੀਵਨ ਤੱਤ ਦਾ ਇੱਕ ਕਿਣਕਾ ਉਸ ਦੇ ਹਿਰਦੇ ਵਿੱਚੋਂ ਨਿਕਲ ਕੇ ਉਸ ਸ਼ਹਿਜ਼ਾਦੀ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਗਿਆ ਅਤੇ ਉਸ ਨੂੰ ਗਮਾਂ ਤੋਂ ਮੁਕਤੀ ਮਿਲ ਗਈ। ਉਸ ਵੇਲੇ ਬਾਰਿਸ਼ ਦੇ ਕੁਝ ਵੱਡੇ ਵੱਡੇ ਕਣੇ ਡਿੱਗੇ। ਉਸ ਵੇਲੇ ਤੱਕ ਪਰਉਪਕਾਰੀ ਦਾ ਸ਼ਹਿਰ ਸੋਕੇ ਦੀ ਮਾਰ ਹੇਠ ਆਇਆ ਹੋਇਆ ਸੀ। ਜਦੋਂ ਉਸਨੇ ਸ਼ਹਿਜ਼ਾਦੀ ਦੇ ਸਿਰ ਉੱਪਰ ਛੋਇਆ, ਨਿਰਮਲ ਬਰਸਾਤ ਦੇ 2-3 ਵੱਡੇ ਵੱਡੇ ਕਤਰੇ ਉਸ ਦੇ ਸਿਰ ਤੇ ਪਏ ਅਤੇ ਉਹ ਉਸ ਦੀਆਂ ਉਂਗਲੀਆਂ ਨੂੰ ਭਿਉਂਦੇ ਗਏ ਜੋ ਕੰਵਲ ਦੀ ਡੋਡੀ ਵਾਂਗ ਮੀਟੇ ਉਸ ਨੂੰ ਆਸ਼ੀਰਵਾਦ ਦੇ ਰਹੇ ਸਨ ਅਤੇ ਉਹ ਬੇਖੁਦ ਹੋ ਗਈ। ਉਸ ਬੇਖੁਦੀ ਵਿੱਚ ਪੈਗੰਬਰ ਉਸ ਦੇ ਸਾਹਮਣੇ ਆਇਆ ਅਤੇ ਉਸ ਨੂੰ ਕਿੱਲਾਂ ਦੇ ਨਿਸ਼ਾਨ ਵਿਖਾਏ। ਪੈਗੰਬਰ ਨੇ ਉਸ ਨੂੰ ਦੱਸਿਆ ਕਿ ਇਸ ਤਰ੍ਹਾਂ ਰੋਗੀ ਵੱਲ ਕੀਤੇ ਜਾਂਦੇ ਹਨ
ਅਤੇ ਉਸ ਵੱਲ ਹੱਥ ਕੀਤਾ ਜਿੱਥੇ ਕੀਰਤੀ ਨੂਰਾਨੀ ਲਿਬਾਸ ਵਿੱਚ ਖਲੋਤਾ ਸੀ ਅਤੇ ਪੈਗੰਬਰ ਨੇ ਉਸ ਵੱਲ ਇਸ਼ਾਰਾ ਕਰਕੇ ਉਸ ਨੂੰ ਕਿਹਾ, ਤੂੰ ਜੋ ਪੀੜਤ ਹੈ ਉੱਠ ਅਤੇ ਘੱਟ ਦੁਖੀ ਹੋ ਅਤੇ ਉਸ ਨੂੰ ਸੂਲੀ ਦੇ ਦੁੱਖ ਤੋਂ ਬਚਾ ਲੈ, ਕਿਉਂ ਜੋ ਤੈਨੂੰ ਬਚਾਏਗਾ ਉਸ ਨੂੰ ਬਦਲੇ ਵਿੱਚ ਜ਼ਰੂਰ ਕਸ਼ਟ ਝੱਲਣਾ ਪਵੇਗਾ। ਇਸ ਨਜ਼ਾਰੇ ਨੂੰ ਵੇਖ ਕੇ ਉਹ ਆਪਣੀ ਆਤਮਾ ਦੇ ਨਵੇਂ ਚੋਗੇ ਵਿੱਚ ਜਾਗ ਉੱਠੀ। ਉਸਨੇ ਮਹਿਸੂਸ ਕੀਤਾ ਕਿ ਉਹ ਇੱਕ ਫਰਿਸ਼ਤਾ ਸੀ ਅਤੇ ਉਹ ਜਵਾਨ ਸ਼ਹਿਜ਼ਾਦਾ ਉਸ ਦੇ ਨਾਲ ਰੂਹਾਨੀ ਮੰਡਲ ਵਿੱਚ ਖਲੋਤਾ ਸੀ ਅਤੇ ਦੋਵੇਂ ਪੁਨਰ ਮਿਲਾਪ ਦੀ ਅਗੰਮੀ ਮਿਹਰ ਅਧੀਨ ਕਿਰਤੀ ਦੇ ਚਮਕਦੇ ਚਿਹਰੇ ਵੱਲ ਵਿਸਮਾਦੀ ਭਗਤੀ ਭਾਵਨਾ ਨਾਲ ਵੇਖ ਰਹੇ ਸਨ। ਹਾਂਜੀ, ਉਸਨੇ ਮਹਿਸੂਸ ਕੀਤਾ ਕਿ ਉਹ ਇੱਕ ਫਰਿਸ਼ਤਾ ਸੀ ਅਤੇ ਉਹ ਜਵਾਨ ਸ਼ਹਿਜ਼ਾਦਾ ਉਸ ਦੇ ਨਾਲ ਰੂਹਾਨੀ ਮੰਡਲ ਵਿੱਚ ਖਲੋਤਾ ਸੀ ਅਤੇ ਦੋਵੇਂ ਪੁਨਰ ਮਿਲਾਪ ਦੀ ਅਗੰਮੀ ਮਿਹਰ ਅਧੀਨ ਕਿਰਤੀ ਦੇ ਚਮਕਦੇ ਚਿਹਰੇ ਵੱਲ ਵਿਸਮਾਦੀ ਭਗਤੀ ਭਾਵਨਾ ਨਾਲ ਵੇਖ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।